आपको खबर दिखा रहे हैं होशियारपुर से, जहां आज आम आदमी पार्टी के कार्यकर्ताओं ने पत्रकारों को संबोधित कर कांग्रेस के विधायक अरुण डोगरा पर लगाए घोटाले के इल्जाम। आइए देखते हैं होशियारपुर से सहयोगी रितेश कुमार के साथ राज थापर की रिपोर्ट। पहला तो सारे पत्रकार भाइयों का बहुत बहुत थैंक्स, धन्यवाद है तुहाडा कि तुसीं साडे छोटे ਜਿਹੇ सद्दे ਦੇ ਉੱਪਰ ਅੱਜ एक बहुत ਜ਼ਰੂਰੀ विषय के लिए इकट्ठे हुए हो। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਵਿਸ਼ਾ ਹੈ ਕਿ ਜੋ ਕਾਂਗਰਸ ਵੱਲੋਂ ਆਮ ਜਨਤਾ ਦੇ ਟੈਕਸ ਦੇ ਪੈਸੇ ਦੀ ਲੁੱਟ ਕੀਤੀ ਜਾ ਰਹੀ ਹੈ ਔਰ ਇਹ ਕੋਈ ਲੁੱਟ ਨਵੀਂ ਨਹੀਂ, ਇਹਨਾਂ ਨੇ ਇੱਕ ਆਦਤ ਬਣਾ ਲਈ ਹੈ ਕਿ ਜਿੱਥੇ ਜਿਹਦਾ ਹੱਥ ਪੈਂਦਾ ਉਹ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਚਾਹੇ ਉਹ ਇਹਨਾਂ ਦੇ ਮੰਤਰੀ ਹੋਣ, ਚਾਹੇ ਉਹ ਇਹਨਾਂ ਦੇ ਐਮਐਲਏ ਹੋਣ, ਇੱਥੋਂ ਤੱਕ ਕਿ ਇਹਨਾਂ ਦੇ ਛੋਟੇ ਵਰਕਰ ਵੀ ਜਦੋਂ ਕੋਈ ਆਮ ਜਨਤਾ ਦੇ ਟੈਕਸ ਦੀ ਲੁੱਟ ਕਰਨੀ ਹੁੰਦੀ ਤਾਂ ਇਹ ਕੋਈ ਕਸਰ ਬਾਕੀ ਨਹੀਂ ਛੱਡਦੇ। ਔਰ ਅੱਜ ਉਸੇ ਵਿਸ਼ੇ ਦੇ ਵਿੱਚ ਜਿੱਦਾਂ ਅਸੀਂ ਬਹੁਤ ਦਿਨਾਂ ਤੋਂ ਇਹਨਾਂ ਦੀਆਂ ਲੁੱਟਾਂ ਦੇਖਦੇ ਕਿ ਕਦੇ ਇਹਨਾਂ ਦਾ ਕੋਈ ਮੰਤਰੀ ਕਿੰਨੇ ਘੁਟਾਲੇ ਦੇ ਵਿੱਚ ਆ ਜਾਂਦਾ, ਇੱਥੋਂ ਤੱਕ ਕਿ ਸਾਡੇ ਹੁਸ਼ਿਆਰਪੁਰ ਦੇ ਕੈਬਨਿਟ ਮਿਨਿਸਟਰ ਵੀ ਇੱਕ ਜ਼ਮੀਨ ਘੁਟਾਲੇ ਦੇ ਵਿੱਚ ਫਸੇ ਹੋਏ ਆ, ਮੋਟੀ ਰਕਮ ਦਾ ਘੁਟਾਲਾ ਕਰ ਚੁੱਕੇ ਹੋਏ ਆ, ਤੇ ਇਹਨਾਂ ਦੇ ਜਿਹੜੇ ਐਮਐਲਏ ਆ ਹੁਣ ਉਹ ਵੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਅੱਜ ਦਾ ਜ਼ਰੂਰੀ ਵਿਸ਼ਾ ਹੈ ਕਿ ਸਾਡੇ ਦਸੂਹੇ ਤੋਂ ਐਮਐਲਏ ਮਿੱਕੀ ਡੋਗਰਾ ਜੀ, ਉਹਨਾਂ ਵੱਲੋਂ ਔਰ ਉਹਨਾਂ ਦੇ ਸਾਥੀਆਂ ਵੱਲੋਂ 2018-19 ਦੇ ਵਿੱਚ ਇੱਕ ਸਰਕਾਰ ਨੇ ਪਾਲਿਸੀ ਬਣਾਈ ਸੀ ਛੋਟੇ ਕਿਸਾਨਾਂ ਲਈ ਫੈਂਸਿੰਗ ਦੀ, ਜਿਹਦੇ ਵਿੱਚ 1 ਕਰੋੜ 75 ਲੱਖ ਦੇ ਕਰੀਬ ਅਮਾਉਂਟ ਆਈ ਹੈ, ਜੋ ਕਿ 500 ਕਿਸਾਨਾਂ ਨੂੰ ਉਹਦਾ ਲਾਭ ਮਿਲਣਾ ਸੀ। ਪਰ ਇਹਨਾਂ ਦੀ ਨੀਅਤ ਦੇ ਵਿੱਚ ਖੋਟ ਹੋਣ ਕਾਰਨ ਇਹਨਾਂ ਨੇ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਇਹਨਾਂ ਨੇ ਕੀ ਕੀਤਾ ਕਿ ਉਹ ਛੋਟੇ ਕਿਸਾਨਾਂ ਦਾ ਹੱਕ ਆਪਣੇ ਵਰਕਰਾਂ ਨੂੰ, ਆਪਣੇ ਖੱਬੇ ਸੱਜੇ ਬੈਠਣੇ ਵਾਲਿਆਂ ਨੂੰ ਬੜੇ ਬੁਰੇ ਤਰੀਕੇ ਨਾਲ ਵਿਦਆਊਟ ਕਿਸੇ ਦੀ ਜਾਣਕਾਰੀ ਤੋਂ, ਇੱਥੋਂ ਤੱਕ ਕਿ ਜਿਹੜੇ ਅਫਸਰਾਂ ਨੇ ਇਹ ਚੀਜ਼ਾਂ ਚੈੱਕ ਕਰਨੀਆਂ ਸੀ ਉਹ ਵੀ ਪਤਾ ਨਹੀਂ ਅੱਖਾਂ ਮਿੱਟੀ ਬੈਠੇ ਸੀ ਕਿ ਐਡੀ ਵੱਡੀ ਲੁੱਟ ਹੋ ਰਹੀ ਹੈ ਤੇ ਕਿਸੇ ਨੇ ਇਹਦੀ ਜਾਣਕਾਰੀ ਜਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ। ਅੱਜ ਜਦੋਂ ਆਮ ਆਦਮੀ ਪਾਰਟੀ ਗਰਾਊਂਡ ਦੇ ਵਿੱਚ ਜਾਂਦੀ ਹੈ ਤੇ ਛੋਟੇ ਕਿਸਾਨ ਬਾਰ-ਬਾਰ ਸਾਨੂੰ ਪੁੱਛਦੇ ਆ ਕਿ ਜੀ ਅਸੀਂ ਇੱਕ ਫੈਂਸਿੰਗ ਵਾਸਤੇ ਫਾਰਮ ਭਰੇ ਸੀ, ਸਾਨੂੰ ਉਹ ਪੈਸਾ ਨਹੀਂ ਆਇਆ। ਜਦੋਂ ਦੀ ਇਨਕੁਆਇਰੀ ਕੀਤੀ ਸਾਡੇ ਹਲਕਾ ਇੰਚਾਰਜ ਕਰਮਵੀਰ ਸਿੰਘ ਘੁੰਮਣ ਜੀ ਨੇ ਉੱਥੇ, ਤੇ ਇਨਕੁਆਇਰੀ ਦੇ ਵਿੱਚ ਜਦੋਂ ਪਾਇਆ ਗਿਆ ਕਿ ਉਹ ਜਿਹੜਾ ਪੈਸਾ ਜਿਹੜਾ ਆਮ ਛੋਟੇ ਕਿਸਾਨਾਂ ਨੂੰ ਮਿਲਣਾ ਸੀ, ਉਹ ਪੈਸਾ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਇੱਕ ਪਰਿਵਾਰ ਦੇ ਵਿੱਚ 7-7 ਲੱਖ ਰੁਪਈਆ ਪਿਓ ਦੇ ਨਾਮ ਤੇ, ਪੁੱਤ ਦੇ ਨਾਮ ਤੇ, ਨੌਂ ਦੇ ਨਾਮ ਤੇ, ਇੱਕ ਪਰਿਵਾਰ ਨੂੰ, ਔਰ ਉਹਨਾਂ ਪਰਿਵਾਰਾਂ ਨੂੰ ਜਿਹੜੇ ਬਹੁਤ ਸક્ષਮ ਪਰਿਵਾਰ ਹੈ ਉਹਨਾਂ ਨੂੰ ਇਹ ਪੈਸਾ ਵੰਡ ਦਿੱਤਾ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਪੈਸੇ ਵੰਡ ਦਿੱਤੇ। ਔਰ ਇੱਕ ਬਹੁਤ ਵੱਡੀ ਠੱਗੀ ਹੈ ਜਿਹੜੀ ਆਮ ਗਰੀਬ ਲੋਕਾਂ ਦੇ ਹੱਕਾਂ ਤੇ ਵੱਜੀ ਹੈ, ਔਰ ਇਹ ਮਿੱਕੀ ਡੋਗਰਾ ਐਮਐਲਏ ਵੱਲੋਂ ਬੜੀ ਮਿਲੀ ਭੁਗਤ ਨਾਲ ਮਾਰੀ ਗਈ ਹੈ। ਸੋ ਆਮ ਆਦਮੀ ਪਾਰਟੀ ਇਹਦੀ ਇਨਕੁਆਇਰੀ ਦੀ ਮੰਗ ਕਰਦੀ ਹੈ, ਇਹਦੀ ਪੂਰੀ ਜਾਣਕਾਰੀ ਬਰੀਫਲੀ ਕਿ ਕਿਹਨੂੰ ਕਿੰਨੇ ਪੈਸੇ ਗਏ ਆ ਉਹ ਮੈਂ ਬੇਨਤੀ ਕਰਾਂਗਾ ਕਰਮਵੀਰ ਘੁੰਮਣ ਜੀ। 1 ਕਰੋੜ 75 ਲੱਖ ਦੀ ਟੋਟਲ ਅਮਾਉਂਟ ਹੈ ਜੀ। ਹੁਣ ਮੈਂ ਬੇਨਤੀ ਕਰਾਂਗਾ ਕਰਮਵੀਰ ਨੂੰ ਜੀ ਕਿ ਸਾਰੀਆਂ ਚੀਜ਼ਾਂ ਨੂੰ ਜਰਾ ਡਿਟੇਲ ਵਾਈਜ਼ ਉਹ ਪ੍ਰੈਸ ਨੂੰ ਜਾਣਕਾਰੀ ਦੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ, ਮੈਂ ਪ੍ਰੈਸ ਵਾਲੇ ਭਰਾਵਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਅੱਜ ਬਹੁਤ ਜ਼ਰੂਰੀ ਇਸ਼ੂ 'ਤੇ ਜਿਹੜੀ ਆਪਾਂ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਸਾਡੀ ਆਮ ਆਦਮੀ ਪਾਰਟੀ ਵੱਲੋਂ, ਉਹਦੇ ਵਿੱਚ ਤੁਸੀਂ ਪਹੁੰਚੇ ਹੋ। ਜਿਹੜਾ ਅੱਜ ਦਾ ਇਸ਼ੂ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੋਇਆ ਕਿ ਦਸੂਹੇ ਹਲਕੇ ਦੇ ਵਿੱਚ ਕੰਢੀ ਏਰੀਆ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਾ ਇੱਕ 2018-19 ਦੇ ਵਿੱਚ ਫੈਂਸਿੰਗ ਦੀ ਜਿਹੜੀ ਕੰਡਿਆਲੀ ਤਾਰ ਵਾਸਤੇ ਪੈਸੇ ਆਏ ਸੀ, ਉਹ 1 ਕਰੋੜ ਤਕਰੀਬਨ 75 ਲੱਖ ਰੁਪਈਆ ਉਹ ਸਾਡੇ ਕੰਢੀ ਦੇ ਇਲਾਕੇ ਦੇ ਛੋਟੇ ਕਿਸਾਨਾਂ ਵਾਸਤੇ ਤੇ ਜਿਹੜੇ ਲੋੜਵੰਦ ਕਿਸਾਨ ਆ ਉਹਨਾਂ ਦੇ ਵਾਸਤੇ ਆਏ ਸੀ। ਤੇ ਜਦੋਂ ਅਸੀਂ ਹੁਣ ਫੀਲਡ ਦੇ ਵਿੱਚ ਜਾਂਦੇ ਆ ਉੱਥੇ ਲੋਕਾਂ ਦੇ ਜਾਂ ਕਿਸਾਨਾਂ ਕੋਲ ਇਹ ਪਤਾ ਲੱਗਦਾ ਵੀ ਸਾਡੇ ਜਿਹੜੀਆਂ ਫਾਈਲਾਂ ਭਰੀਆਂ ਸੀ ਉਹਦੇ ਪੈਸੇ ਨਹੀਂ ਆਏ। ਤੇ ਜਦੋਂ ਅਸੀਂ ਉਹਦੀ ਪ੍ਰੋਪਰ ਇਨਕੁਆਇਰੀ ਕੀਤੀ ਆ ਤੇ ਉਹਦੇ ਵਿੱਚ ਸਾਡੇ ਐਮਐਲਏ ਸਾਹਿਬ ਦੀ ਮਿਲੀ ਭੁਗਤ ਮਿੱਕੀ ਡੋਗਰਾ ਜੀ ਦੀ, ਤੇ ਜਿਹੜੇ ਉਹਨਾਂ ਦੇ ਰਾਈਟ ਹੈਂਡ ਆ ਉਹਨਾਂ ਦੀ ਮਿਲੀ ਭੁਗਤ ਜਾਂ ਜਿਹੜੇ ਉਹਨਾਂ ਦੇ ਲੋਕਲ ਕੋਈ ਵਰਕਰ ਮੇਨ ਵਰਕਰ ਆ ਉਹਨਾਂ ਦਾ ਸ਼ਮੂਲੀਅਤ ਵਿੱਚ ਉਹਦੀ ਨਜ਼ਰ ਆਈ ਹੈ। ਤੇ ਤਕਰੀਬਨ ਇਹਦਾ 500 ਕਿਸਾਨਾਂ ਦੇ ਕਰੀਬ ਅਪਲਾਈ ਕੀਤਾ ਸੀ ਕੰਡਿਆਲੀ ਤਾਰ ਵਾਸਤੇ। ਇਹ ਕੋਈ ਛੋਟੇ ਕਿਸਾਨ ਜਿਨ੍ਹਾਂ ਨੇ 20,000 ਦੀ, 25,000 ਦੀ, 30,000 ਦੀ ਕੰਡਿਆਲੀ ਤਾਰ ਉਹਨਾਂ ਦੇ ਖੇਤਾਂ ਨੂੰ ਲੱਗਣੀ ਸੀ,
ਪਰ ਜਦੋਂ ਇਹ ਹੁਣ ਅਸੀਂ ਵੇਖਿਆ ਜਾ ਕੇ, ਉਹਨਾਂ ਦੇ ਇੱਕ ਰਾਈਟ ਹੈਂਡ ਆ ਉੱਥੇ ਡੋਗਰਾ ਸਾਹਿਬ ਦਾ, ਮੋਹਨ ਲਾਲ ਚੌਧਰੀ, ਜਿਹੜੇ ਜਨਰਲ ਸੈਕਟਰੀ ਵੀ ਆ ਕਾਂਗਰਸ ਦੇ, ਉਹਨਾਂ ਦੇ ਖਾਤੇ ਦੇ ਵਿੱਚ ਤੁਸੀਂ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਪਰਿਵਾਰ ਨੂੰ 5 ਉਹਦੇ ਪਰਿਵਾਰ ਦੇ ਜੀ ਆ ਤੇ 5 ਦੇ ਖਾਤਿਆਂ ਦੇ ਵਿੱਚ ਪੈਸੇ ਆਏ ਆ। ਉਹਨਾਂ ਦੇ ਸਰਜੀਵਨ ਕੁਮਾਰੀ ਉਹਨਾਂ ਦੀ ਵਾਈਫ ਆ, 32,000 ਉਹਨਾਂ ਦੇ ਖਾਤੇ 'ਚ। ਕੁਸ਼ਲਿਆ ਉਹਨਾਂ ਦੀ ਮਦਰ ਆ, 1,75,000 ਰੁਪਏ ਉਹਨਾਂ ਦੇ ਖਾਤੇ 'ਚ। ਸਰਜੀਵਨ ਉਹਨਾਂ ਦੀ ਫਿਰ ਵਾਈਫ, ਦੂਸਰੀ ਵਾਰੀ ਫਿਰ 1,75,000 ਦਾ ਚੈੱਕ ਉਹਨਾਂ ਦੇ ਆਪਣੇ ਖਾਤੇ 'ਚ, 1,75,000 ਦਾ ਚੈੱਕ। ਅੰਕੂ ਚੌਧਰੀ ਉਹਨਾਂ ਦੇ ਬੇਟੇ ਦੇ ਨਾਂ, ਉਹ ਵੀ 1,75,000 ਦਾ ਚੈੱਕ, ਘੱਟੋ ਘੱਟ ਵੀ 7,32,025 ਰੁਪਏ ਇੱਕ ਪਰਿਵਾਰ ਦੇ ਖਾਤੇ ਚਲ ਗਏ। ਇਹ ਪਰਿਵਾਰ ਕੋਈ ਲੋੜਵੰਦ ਪਰਿਵਾਰ ਨਹੀਂਗਾ, ਇਸ ਪਰਿਵਾਰ ਦੀਆਂ ਕ੍ਰੈਸ਼ਰ ਚੱਲਦੇ ਪਏ ਆ, ਉੱਥੇ ਫੈਕਟਰੀਆਂ ਚੱਲਦੀਆਂ ਪਈਆਂ ਤੇ ਹੋਰ ਵੀ ਪ੍ਰਾਪਰਟੀ ਦਾ ਕੰਮ ਬਹੁਤ ਆ। ਜੇ ਇਹ ਲੋੜਵੰਦ ਕਿਸਾਨ ਆ ਤਾਂ ਜਿਹੜੇ ਛੋਟੇ ਕਿਸਾਨ ਆ ਉਹ ਤਾਂ ਬਿਲਕੁਲ ਖਤਮ ਹੀ ਹੋਏ ਹਿਸਾਬ ਦੇ। ਜਿਹੜੇ 500 ਕਿਸਾਨ ਤੁਸੀਂ ਦੱਸਿਆ, ਇਹ ਕਿਸੇ ਵਿਸ਼ੇਸ਼ ਇਲਾਕੇ ਦੇ ਕਿ ਪੂਰੇ ਹਲਕੇ ਦੇ 500 ਕਿਸਾਨ? ਪੂਰੇ ਕੰਢੀ ਦੇ ਇਲਾਕੇ ਦੇ ਵਿੱਚ ਹੈ ਜੀ, ਉੱਥੇ ਜਿੰਨੇ 100 ਦੇ ਕਰੀਬ ਪਿੰਡ ਆ ਸਾਡਾ ਕੰਢੀ ਇਲਾਕੇ 'ਚ, ਉੱਥੋਂ ਦੇ ਸਾਰੇ ਕਿਸਾਨਾਂ ਦੇ ਆ। ਉਸ ਤੋਂ ਬਾਅਦ ਸਰਦਾਰ ਪ੍ਰੀਤਮ ਸਿੰਘ ਹੋਣੀ ਹੈ, ਇਹ ਤਲਵਾੜੇ ਦੇ ਬਲਾਕ ਪ੍ਰੈਜ਼ੀਡੈਂਟ ਆ, ਇਹਨਾਂ ਦੇ ਖਾਤੇ 'ਚ 70,000 ਰੁਪਇਆ। ਇਹ ਵੀ ਸੌਖੇ ਬੰਦੇ ਆ। ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ? ਇਹ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟ ਹੈ ਜੀ। ਉਸ ਤੋਂ ਬਾਅਦ ਕੈਪਟਨ ਓਂਕਾਰ ਸਿੰਘ ਜੀ, ਇਹ ਕੈਪਟਨ ਰਿਟਾਇਰ ਹੋਏ ਆ, ਇਹਨਾਂ ਦੇ ਕਮਾਈ ਦੇ ਵੀ ਸਰਕਲ ਦੇ ਪ੍ਰੈਜ਼ੀਡੈਂਟ ਆ। ਇਹਨਾਂ ਦੇ ਖਾਤੇ 'ਚ 35,000 ਰੁਪਇਆ ਤੇ ਇਹਨਾਂ ਦੀ ਵਾਈਫ ਦੇ ਖਾਤੇ 'ਚ 70,000 ਰੁਪਇਆ। ਇਹ ਵੀ 1,05,000 ਰੁਪਇਆ ਲੈ ਗਏ ਆ। ਉਸ ਤੋਂ ਬਾਅਦ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਤਲਵਾੜੇ ਦੇ, ਜਿਹੜਾ ਤਲਵਾੜਾ ਪਹਿਲਾਂ ਪੰਚਾਇਤ ਸੀਗੀ, ਹੁਣ ਨਗਰ ਪੰਚਾਇਤ ਬਣ ਗਈ ਆ, ਉੱਥੇ ਇਲੈਕਸ਼ਨ ਹੋਣ ਲੱਗ ਪਈ। ਰਾਮ ਪ੍ਰਸ਼ਾਦ ਸਾਨੂੰ ਮਿਲਕੀ ਰਾਮ, ਇਹ ਸਾਡੇ ਤਲਵਾੜਾ ਦੇ ਮੇਰੇ ਖਿਆਲ 2 ਕਿ 3 ਵਾਰੀ ਸਰਪੰਚ ਰਹੇ ਆ। ਇਹਨਾਂ ਦੀ ਨੂੰਹ ਨਗਰ ਪੰਚਾਇਤ ਮੋਨਿਕਾ ਸ਼ਰਮਾ, ਉਹਦੀ ਪ੍ਰੈਜ਼ੀਡੈਂਟ ਆ। ਤੇ ਇਹ ਦੇਖੋ ਕਿੱਡੇ ਸੌਖੇ ਬੰਦੇ ਆ, ਤੇ ਇਹਨਾਂ ਨੇ ਵੀ 99,000 ਰੁਪਏ ਆਪਣੇ ਖਾਤੇ 'ਚ ਪਾਇਆ। ਉਸ ਤੋਂ ਬਾਅਦ ਜਿਹੜੇ ਸਾਡੇ ਕੈਪਟਨ ਓਂਕਾਰ ਜੀ ਆ, ਉਹਨਾਂ ਦੇ ਬ੍ਰਦਰ, ਦੋਨੋਂ ਬ੍ਰਦਰ 70,000 ਤੇ 1,75,000 ਰੁਪਇਆ ਇਹਨਾਂ ਦੇ ਖਾਤੇ 'ਚ ਵੀ ਗਿਆ। ਇਹ ਤਾਂ ਜਿਹੜੇ ਮੇਨ ਬੰਦੇ ਆ। ਇਸ ਤੋਂ ਇਲਾਵਾ ਜਿੰਨੇ ਵੀ ਇਹਨਾਂ ਦੇ ਕੋਈ ਲਾਗੇ ਵਾਲੇ ਸਰਪੰਚ ਆ, ਲਾਗੇ ਵਾਲੇ ਸਰਪੰਚ ਆ, ਸਾਰਿਆਂ ਦੇ ਖਾਤੇ 'ਚ ਵੀ ਮਤਲਬ ਘੱਟੋ ਘੱਟ 20 ਸਰਪੰਚ ਇੱਦਾਂ ਦੇ ਆ ਜਿਨ੍ਹਾਂ ਨੇ, ਕਿਸੇ ਨੇ ਲੱਖ, ਕਿਸੇ ਨੇ 80,000, ਘੱਟੋ ਘੱਟ 50 ਲੱਖ ਰੁਪਇਆ ਇਹਨਾਂ ਦੇ ਮੋਹਤਬਰਾਂ ਦੇ ਖਾਤੇ 'ਚ ਗਿਆ। ਤੇ ਅਸੀਂ ਇਹੀ ਇਨਕੁਆਇਰੀ ਦੀ ਮੰਗ ਵੀ ਕਰਦੇ ਹਾਂ ਕਿ ਜਿੱਥੇ ਛੋਟੇ ਕਿਸਾਨਾਂ ਨੂੰ, ਇਸ ਤੋਂ ਘੱਟੋ ਘੱਟ 50 ਕਿਸਾਨਾਂ ਨੂੰ ਫਾਇਦਾ ਹੋਣਾ ਸੀ, ਜਿਹੜੇ 20,000 ਜਾਂ 30,000 ਜਾਂ 50,000 ਵੀ ਆਪਾਂ ਛੋਟੇ ਜ਼ਿਮੀਂਦਾਰਾਂ ਨੂੰ ਦਿੰਦੇ, ਤੇ ਉਹਨਾਂ ਦੇ 50 ਕਿਸਾਨਾਂ ਦਾ ਹੱਕ ਮਾਰਿਆ ਇਹ ਤਗੜੇ ਬੰਦਿਆਂ ਨੇ। ਪ੍ਰਸ਼ਾਸਨ ਦੀ ਵੀ ਕਿਤੇ ਨਾ ਕਿਤੇ ਮਿਲੀ ਭੁਗਤ ਨਜ਼ਰ ਆਈ ਹੈ। ਪ੍ਰਸ਼ਾਸਨ ਦੀ, ਜਦੋਂ ਜੀ ਅਸੀਂ ਉੱਥੇ ਪਤਾ ਕੀਤਾ ਕਿ ਜਦੋਂ ਇਹ ਪੈਸੇ ਪੈਣੇ ਸੀਗੇ, ਕਿਉਂਕਿ ਪਹਿਲਾਂ ਤਾਰ ਲੱਗਣੀ, ਉਸ ਤੋਂ ਬਾਅਦ ਫੋਰੈਸਟ ਡਿਪਾਰਟਮੈਂਟ ਨੇ ਇਹਦੀ ਜਾ ਕੇ ਇਨਕੁਆਇਰੀ ਕਰਨੀ ਹੈ। ਜੇ 20,000 ਦੀ ਤਾਰ ਲੱਗੀ ਹੈ, ਜੇ ਡਿਪਾਰਟਮੈਂਟ ਨੂੰ ਲੱਗਾ ਕਿ ਇਹਨਾਂ ਨੂੰ 12,000 ਰੁਪਇਆ ਪੇ ਕਰਨਾ, ਤਾਂ ਉਹਨਾਂ ਨੇ ਪ੍ਰੋਪਰ ਇਨਕੁਆਇਰੀ ਕਰਕੇ ਉਹਦੇ ਪੈਸੇ ਦੇਣੇ ਆ। ਪਰ ਕੋਈ ਇਹਦੇ ਦਾ ਤੁਸੀਂ ਦੇਖ ਲਓ, ਜਿੱਥੇ 7 ਲੱਖ ਰੁਪਏ ਦੀ ਤਾਰ ਦੇਤੀ ਆ। ਜਿਹਨਾਂ ਨੂੰ ਤੁਸੀਂ ਨਾਮ ਲੈ ਰਹੇ, ਤਾਰਾਂ ਲੱਗੀਆਂ ਹੋਈਆਂ ਖੇਤਾਂ 'ਚ ਇਨਕੁਆਇਰੀ ਕੀਤੀ ਕਿ ਜੇ ਪੈਸੇ ਗਏ ਆ, ਤੇ ਹੁਣ ਇਹ ਤਾਂ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਵੇਖ ਸਕਦੇ ਆ, ਪਤਾ ਨਹੀਂ ਲੱਗੀ ਵੀ ਹੈਗੀ, ਸ਼ਾਇਦ ਲੱਗੀ ਵੀ ਨਾ ਹੋਵੇ। ਜੇ ਇੰਨੀ ਲੁੱਟ ਖਸੁੱਟ ਹੋ ਸਕਦੀ ਆ, ਸਾਨੂੰ ਤਾਂ ਇਹ ਵੀ ਲੱਗਦਾ ਤਾਰ ਵੀ ਨਹੀਂ ਲੱਗੀ ਹੋਣੀ, ਕਿਉਂਕਿ ਕਿਸੇ ਨੇ ਪ੍ਰੋਪਰ ਇਹਦੀ ਜਾਂਚ ਨਹੀਂ ਕੀਤੀ। ਅਸੀਂ ਤਾਂ ਇੱਕ ਤਾਂ ਇਹ ਮੰਗਿਆ ਕਿ ਇਹਦੇ ਤਾਂ ਮੰਤਰੀ ਸਾਹਿਬ ਜਿਹੜੇ ਧਰਮਸੋਧ ਜੀ ਸਾਧੂ ਸਿੰਘ, ਉਹਦਾ ਅੱਗੇ ਸਾਡੇ ਐਸਸੀ ਭਰਾਵਾਂ ਦੇ ਸਕਾਲਰਸ਼ਿਪ ਦੇ ਘਟਾਲੇ 'ਚ ਫਸੇ ਹੋਏ ਆ, ਤੇ ਉਹਨਾਂ ਤੋਂ ਤਾਂ ਸਾਨੂੰ ਕੋਈ ਉਮੀਦ ਵੀ ਨਹੀਂ ਗੀ ਕਿ ਉਹ ਕੋਈ ਇਹੋ ਜਿਹੀ ਇਨਕੁਆਇਰੀ ਕਰਨਗੇ। ਅਸੀਂ ਹੁਣ ਚੀਫ ਮਿਨਿਸਟਰ ਸਾਹਿਬ ਨੂੰ ਇੱਕ ਇਹਦੀ ਵਿਜੀਲੈਂਸ ਦੀ ਜਾਂਚ ਆਪਾਂ ਜ਼ਰੂਰ ਇਹਦੀ ਮੰਗ ਕਰਦੇ ਹਾਂ, ਤੇ ਡੀਐਫਓ ਸਾਹਿਬ ਨੂੰ ਵੀ ਇਹ ਬੇਨਤੀ ਹੈ ਕਿ ਤੁਸੀਂ ਥੱਲੇ ਲੈਵਲ ਤੇ ਜਾ ਕੇ ਇਹਦੀ ਪ੍ਰੋਪਰ ਇਨਕੁਆਇਰੀ ਕਰੋ। ਜਿਹੜੇ ਗਰੀਬ ਕਿਸਾਨਾਂ ਦੇ ਪੈਸੇ ਇਹ ਬੰਦਿਆਂ ਨੇ ਮਾਰੇ ਆ, ਉਹਨਾਂ ਦੇ ਪੈਸੇ ਦੀ ਰਿਕਵਰੀ ਕਰਾਓ। ਤੇ ਇੱਕ ਜਿਹੜੀ ਅਗਲੀ ਅਮਾਊਂਟ ਆਉਣੀ ਹੈ, ਹੁਣ ਅਜੇ ਘੱਟੋ ਘੱਟ ਵੀ 2-2.5 ਕਰੋੜ ਰੁਪਈਆ ਅਗਲੀ ਅਮਾਊਂਟ ਆਉਣੀ ਹੋਰ, ਉਹ ਘੱਟੋ ਘੱਟ ਲੋੜਵੰਦ ਕਿਸਾਨਾਂ ਨੂੰ ਜ਼ਰੂਰ ਮਿਲ ਜੇ, ਉਹਨਾਂ ਦਾ ਹੱਕ ਨਾ ਮਾਰਿਆ ਜਾਵੇ, ਕਿਉਂਕਿ ਇਹ ਤਗੜੇ ਬੰਦੇ ਆ, ਇਹਨਾਂ ਦਾ ਉੱਥੇ ਪੂਰਾ ਸਿੱਕਾ ਚੱਲਦਾ ਆ। ਕਿ ਤੁਸੀਂ ਜਿਹੜੀ ਇਨਕੁਆਇਰੀ ਕੀਤੀ ਇੰਨੀ ਰਕਮ ਤੁਸੀਂ ਕੱਢ ਕੇ ਲੈ ਕੇ ਆਏ ਆ, ਪੇ ਦਾ ਘਪਲਾ ਹੋਇਆ, ਕੀ ਤੁਸੀਂ ਉੱਥੇ ਇਹ ਦੇਖਿਆ ਕਿ ਜਿਨ੍ਹਾਂ ਦੇ ਖਾਤਿਆਂ 'ਚ ਪੇਮੈਂਟ ਪੈਣੀ ਸੀ, ਉਹਨਾਂ ਦੇ ਤਾਰਾਂ ਲੱਗੀਆਂ ਜਾਂ ਹੋਰ ਕਿਸੇ ਦੇ ਪੈ ਗਈ ਇਹ ਪੇਮੈਂਟ? ਇਹ ਅਸੀਂ ਤਾਂ ਪੇਮੈਂਟ ਵੇਖੀ ਆ ਜੀ, ਇਹ ਤਾਂ ਤੁਸੀਂ ਤਾਰਾਂ ਨਹੀਂ ਦੇਖੀਆਂ? ਤਾਰਾਂ ਨਹੀਂ ਵੇਖੀਆਂ ਜੀ ਆਪਾਂ ਨਹੀਂ। ਕਈ ਇਸ ਅਮਾਉਂਟ ਨੂੰ ਕਿੱਦਾਂ ਕੱਢ ਸਕਦੇ ਆ ਫਿਰ? ਕੀ ਹੈ ਨਾ ਅਮਾਉਂਟ ਉਹਨਾਂ ਇਹ ਆਫਿਸ ਦੇ ਵਿੱਚੋਂ ਆਫੀਸ਼ੀਅਲੀ ਅਨਾਉਂਸ ਹੋਇਆ, ਚੈੱਕ ਜਾਰੀ ਹੋਏ ਇਹਨਾਂ ਦੇ ਨਾਂ ਤੇ। ਇਹ ਆਪਾਂ ਦਫ਼ਤਰ ਦੇ ਵਿੱਚੋਂ ਆਪਣੇ ਸੂਤਰਾਂ ਦੇ ਵਿੱਚੋਂ ਕਢਵਾਇਆ ਆ। ਸੂਤਰਾਂ ਇਹਦੀ ਆਰਟੀਆਈ ਪਾਈ ਸੀ ਤੁਸੀਂ? ਇਹਦੇ ਆਰਟੀਆਈ ਪੈਸੇ, ਆਰਟੀਆਈ 'ਚ ਉਹਨਾਂ ਨੇ ਸਾਡਾ ਜਵਾਬ ਨਹੀਂ ਦਿੱਤਾ ਕੋਈ। ਆਰਟੀਆਈ ਦਾ ਜਵਾਬ ਮੇਰੇ ਕੋਲ ਹੈਗੀ ਆਰਟੀਆਈ ਦੀ। ਬਿਲਕੁਲ ਸ਼ੋਰ ਹੈ ਕਿ ਇਹਨਾਂ ਦੇ ਖਾਤੇ, ਹਾਂ ਬਿਲਕੁਲ ਸ਼ੋਰ ਹੈ ਜੀ, ਇਹਨਾਂ ਨੂੰ ਚੈੱਕ ਜਾਰੀ ਹੋਇਆ ਜੀ। ਆ ਮੇਰੇ ਕੋਲ ਲਿਸਟ ਵੀ ਹੈ, ਮੈਂ ਤੁਹਾਨੂੰ ਲਿਸਟ ਵੀ ਬਾਅਦ ਵਿੱਚ ਦੇ ਸਕਦਾ ਜਿਨ੍ਹਾਂ ਨੂੰ ਇਹ ਚੈੱਕ ਜਾਰੀ ਹੋਇਆ। ਕਾਪੀ ਦੇ ਦਿੰਦੇ ਹਾਂਜੀ, ਬੈਂਕ ਦਾ ਡਾਟਾ ਹੈ? ਬੈਂਕ ਦਾ ਡਾਟਾ ਅਸੀਂ ਤਾਂ ਨਹੀਂ ਨਾ ਰੱਖ ਸਕਦੇ, ਬੈਂਕ ਦਾ ਡਾਟਾ ਤਾਂ ਉਹਨਾਂ ਦੇ ਕੋਲ ਹੋਊਗਾ। ਕੀ ਲੱਗਦਾ ਸਰਕਾਰ ਦੀ ਤੇ ਕੀ ਖਬਰੀ ਲੱਗਦੀ ਤੁਹਾਨੂੰ? ਸਰਕਾਰ ਦੀ ਤਾਂ ਬਿਲਕੁਲ ਹੀ ਡੋਗਰਾ ਸਾਹਿਬ ਦੀ ਇੱਥੇ ਬਿਲਕੁਲ ਮਿਲੀ ਭੁਗਤ ਆ। ਕਿਸੇ ਅਫਸਰਾਂ ਦੀ ਜਾਂ ਐਮਐਲਏ ਦੀ ਸ਼ਹਿ ਤੋਂ ਬਗੈਰ ਏਡੇ ਵੱਡੇ ਕੰਮ ਨਹੀਂ ਹੋ ਸਕਦੇ। ਇਹ ਛੋਟਾ ਕਿਸਾਨ ਤੇ ਜਦੋਂ ਅਸੀਂ ਜਾਂਦੇ ਹਾਂ, ਉਹ ਵਿਚਾਰੇ ਕਹਿੰਦੇ ਸਾਡੀ 15,000 ਦੀ ਤਾਰ ਲੱਗੀ, ਉਹ ਵੀ ਨਹੀਂ ਪੈਸੇ ਪਏ, ਤੇ ਇਹ ਲੋਕਾਂ ਨੂੰ ਅਸੀਂ 7-7 ਲੱਖ ਰੁਪਈਆ ਪਾਤਾ।
ਇਹ ਕੋਈ ਛੋਟੇ ਕਿਸਾਨ ਨਹੀਂ ਹੈਗੇ, ਬੜੇ ਵੱਡੇ ਪਰਿਵਾਰ ਨੇ, ਖਾਨਦਾਨੀ ਪਰਿਵਾਰ ਨੇ, ਤਗੜੇ ਬੰਦੇ ਆ। ਇਹਨਾਂ ਦਾ ਕੋਈ ਇਹਨਾਂ ਦਾ ਇਹ ਨਹੀਂ ਹੈਗਾ ਕਿ ਇਹਨਾਂ ਨੇ ਕੋਈ 10,000 ਦੀ ਤਾਰ ਮਗਰੇ ਵੱਡਾ ਸਕੈਂਡਲ ਹੋਊਗਾ। ਜਿਹੜਾ ਅਗਲਾ ਤੁਹਾਨੂੰ ਲਿਸਟ ਦੇਵਾਂਗੇ ਉਹ 'ਚ ਹੋਰ ਆਉਣੇ ਆ ਤਗੜੇ ਬੰਦੇ, ਕਿਉਂਕਿ ਲਿਸਟ 200 ਬੰਦੇ ਦੀ ਲਿਸਟ ਹੈ। ਇਹ 'ਚ ਸਾਨੂੰ ਪੂਰੀ ਫੈਮਿਲੀ ਦੇ ਨਾਮ ਪਤਾ ਕਰਨੇ ਪੈਂਦੇ ਆ, ਤਾਂ ਕਰਕੇ ਜਿੰਨੇ ਡਿਟੇਲ 'ਚ ਸਾਨੂੰ ਹੁਣ ਪਤਾ ਲੱਗੇ ਆ ਜਾਂ ਸਰਪੰਚਾਂ ਦੇ ਨਾਮ ਪਤਾ ਲੱਗੇ ਉਹ ਤੁਹਾਨੂੰ ਅਸੀਂ ਦੱਸੇ। ਆ ਜਿਹੜੇ